हॉस्पिटल बना रहे हैं। मोमबत्तियां जड़ियां इकट्ठे होकर ना उत्थे आपां उत्थे लाणियां ਪਿੰਡ ਹਾਥਰਸ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਮਾੜੀ ਘਟਨਾ ਹੋਈ ਆ ਔਰ ਨਿੰਦਨੀय ਹੋਈ ਹੈ। ਅਸੀਂ ਅੱਜ ਸਾਰੇ ਉਹਨੂੰ ਉਸ ਲੜਕੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਹਾਂ ਔਰ ਸਰਕਾਰ ਦੇ ਕੋਲ ਇਹ ਮੰਗ ਰੱਖਦੇ ਹਾਂ ਕਿ ਸਰਕਾਰ ਨੇ ਉਹਨੂੰ ਪਹਿਲੀ ਸਟੇਜ ਦੇ ਉੱਪਰ ਜਦੋਂ ਨਖਲਊ ਦੇ ਵਿੱਚ ਐਡਮਿਟ ਕੀਤਾ ਗਿਆ ਤੇ ਉਹ ਬੜੀ ਗੰਭੀਰ ਅਵਸਥਾ ਵਿੱਚ ਸੀ। ਉਹਨੂੰ ਇਮੀਡੀਏਟਲੀ ਪਹਿਲਾਂ ਹੀ ਉਹਨੂੰ ਦਿੱਲੀ ਜਿਹੜੀ ਆ ਉਹ ਵੱਡੇ ਹਸਪੀਟਲ ਵਿੱਚ ਲੈ ਕੇ ਜਾਣਾ ਚਾਹੀਦਾ ਸੀ, ਕਿਉਂਕਿ ਜਦੋਂ ਉਸ ਨਾਲ ਇਹ ਵਾਰਦਾਤ ਹੋਈ ਆ ਤੇ ਉਸ ਦੀ ਜਿਹੜੀ ਨੈਕ ਹੈਗੀ ਧੌਣ ਤੇ ਰੀੜ੍ਹ ਦੀ ਹੱਡੀ ਉਸ ਲਈ ਟੁੱਟ ਚੁੱਕੀ ਸੀ। ਤਾਂ ਉਸ ਨੂੰ ਪਹਿਲੀ ਜਿਹੜੀ ਸਟੇਜ ਦੇ ਉੱਪਰ ਹੀ ਉੱਥੇ ਰੱਖਣਾ ਜਿਹੜਾ ਉਹ ਠੀਕ ਨਹੀਂ ਗਾ। ਜਦੋਂ ਉੱਥੇ ਚਲ ਗਈ ਆ ਉਹ ਤੋਂ ਬਾਅਦ ਜਿਹੜਾ ਉਹਦਾ ਮੁਕੱਦਮਾ ਦਰਜ ਕੀਤਾ ਹੈ ਉਹ 307 IPC ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਪੁਲਿਸ ਵੱਲੋਂ। ਉਸ ਵੇਲੇ 376 IPC ਜਿਹੜੀ ਆ ਉਹ ਨਹੀਂ ਲਾਈ ਗਈ ਔਰ ਉਹਨਾਂ ਨੇ ਕਿਹਾ ਵੀ ਇੱਕ ਉਸ ਵੇਲੇ ਇੱਕ ਬੰਦੇ ਦੇ ਖਿਲਾਫ 307 ਦਰਜ ਕੀਤੀ ਗਈ ਸੀ, ਉਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਲੜਕੀ ਦੀ ਵਰਸ਼ਨ ਇਹ ਆ ਕਿ ਮੇਰੇ ਨਾਲ 4 ਬੰਦਿਆਂ ਨੇ ਰੇਪ ਕੀਤਾ, ਰੇਪ ਕਰਨ ਤੋਂ ਬਾਅਦ ਮੈਨੂੰ ਮਾਰਿਆ ਕੁੱਟਿਆ, ਜਿਹਦੇ ਨਾਲ ਮੇਰੀ ਜਿਹੜੀ ਆ ਉਹ ਮੌਤ ਹੋਈ। ਤਾਂ ਪੁਲਿਸ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਉਹਦੇ ਨਾਲ ਰੇਪ ਨਹੀਂ ਹੋਇਆ। ADGP ਲਾ ਐਂਡ ਆਰਡਰ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਉਹ ਜਿਹੜੇ ਅਸੀਂ ਪੋਸਟਮਾਰਟਮ ਹੋਇਆ ਲੜਕੀ ਦਾ ਉਹਦੇ ਤੇ ਉਹਦੇ ਕੱਪੜਿਆਂ ਤੇ ਸਪਰਮ ਨਹੀਂ ਹੈ।
ਪਰ ਜੇਕਰ ਸਪਰਮ ਨਹੀਂ ਹਨ ਤੇ 376 ਆਈਪੀਸੀ ਜਿਹੜੀ ਆ ਅਮੈਂਡ ਹੋ ਚੁੱਕੇ ਆ ਔਰ ਉਹ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਉੱਤੇ ਇਹ ਜੱਜਮੈਂਟ ਦੇਤੀ ਆ ਕਿ ਅਗਰ ਕੋਈ ਲੜਕੀ ਕਹਿੰਦੀ ਮੇਰੇ ਨਾਲ ਰੇਪ ਹੋਇਆ ਤੇ ਰੇਪ ਹੋਇਆ, ਸਪਰਮ ਹੋਣਾ ਜਾਂ ਨਾ ਹੋਣਾ ਉਹਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਇਸ ਰੇਪ ਦੀ ਡੈਫੀਨੇਸ਼ਨ ਦੇ ਵਿੱਚ ਉਹ ਜਿਹੜਾ ਹੈਗਾ ਉਹਦਾ ਜਿਹੜਾ ਵਜਾਈਨਾ ਹੈਗਾ ਪ੍ਰਾਈਵੇਟ ਪਾਰਟ ਆ, ਉਸ ਨੂੰ ਕੋਈ ਵੀ ਛੇੜਖਾਨੀ ਕਰ ਦੇਵੇ, ਚਾਹੇ ਉਸ ਦੇ ਨਾਲ ਉਹਦੇ ਨਾਲ ਰੇਪ ਹੋਇਆ ਜਾਂ ਨਹੀਂ ਹੈ, ਪਰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਾਵੇ 376 ਤਾਂ ਵੀ ਲੱਗਦੀ ਹੈ। ਪਰ ਉਸ ਪੁਲਿਸ ਦੀ ਇੰਨੀ ਨੈਗਲੀਜੈਂਸੀ ਹੈ ਕਿ ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ 376 ਨਹੀਂ ਲਾਈ, ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਇਹ 7 ਦਿਨ ਬਾਅਦ 376 ਐਡ ਕੀਤੀ ਆ, ਉਸ ਤੋਂ ਬਾਅਦ ਜਿਹੜੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਤੋ ਉਹਦੀ ਮੇਨ ਜਿਹੜੀ ਉਸ ਦੇ ਮਾਂ ਤੇ ਪੇ ਆ ਉਹਨਾਂ ਦੀ ਕੰਪਲੇਂਟ ਇਹ ਹੋਈ ਆ ਕਿ ਜਿਹੜੀ ਪੁਲਿਸ ਹੈਗੀ ਆ ਉਸ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਅਗਰ ਪੁਲਿਸ ਜਿਹੜੀ ਇਹ ਕਹਿੰਦੀ ਅਸੀਂ ਕਾਰਵਾਈ ਕਰਤੀ, ਮੁਲਜ਼ਮ ਅਰੈਸਟ ਕਰ ਲਿਆ, ਪਰਚਾ ਦੇ ਦਿੱਤਾ, ਤਾਂ ਫਿਰ ਉਹ ਕੁੜੀ ਦਾ ਸੰਸਕਾਰ 2 ਵਜੇ ਰਾਤ ਨੂੰ ਕਰਨ ਦੀ ਇਹਨਾਂ ਨੂੰ ਕੀ ਲੋੜ ਪੈ ਗਈ ਸੀ, ਕੀ ਡਰ ਸੀ? ਇਹਦਾ ਮਤਲਬ ਆ ਕਿ ਪੁਲਿਸ ਕੋਈ ਨਾ ਕੀ ਚੀਜ਼ ਨੂੰ ਛੁਪਾਉਣਾ ਚਾਹੁੰਦੀ ਸੀ ਕਿ ਕਿਤੇ ਇਹ ਨਾ ਹੋਵੇ ਕਿ ਇਸ ਲੜਕੀ ਦਾ ਦੁਬਾਰਾ ਪੋਸਟਮਾਰਟਮ ਹੋ ਜਾਵੇ ਤਾਂ ਇਹਦੇ ਵਿੱਚ ਜਿਹੜੀ ਗੱਲ ਉਹਦੇ ਘਰ ਦੇ ਕਹਿੰਦੇ ਉਹਦੀ ਜੀਭ ਕੱਟੀ ਗਈ ਆ, ਉਹਦੇ ਨਾਲ ਰੇਪ ਹੋਇਆ, ਕਿਤੇ ਉਹ ਗੱਲ ਨੰਗੀ ਨਾ ਹੋ ਜਾਵੇ। ਜੇਕਰ ਨੰਗੀ ਹੋ ਗਈ ਤਾਂ ਸਾਨੂੰ ਜਵਾਬ ਦੇਣ ਲਈ ਕੋਈ ਜਗ੍ਹਾ ਨਹੀਂ ਹੈ। ਤੋ ਇਸ ਕਰਕੇ ਇਹਨਾਂ ਨੇ ਆਪਣੀਆਂ ਨਾਕਾਮੀਆਂ ਜਿਹੜੀਆਂ ਸੀਗੀਆਂ ਉਹਨੂੰ ਛੁਪਾਉਣ ਦੇ ਲਈ ਉਸ ਲੜਕੀ ਦਾ 2 ਵਜੇ ਉਹਦੇ ਮਾਂ ਪਿਓ ਦੀ ਰਜ਼ਾਮੰਦੀ ਤੋਂ ਬਗੈਰ, ਮਾਂ ਬੱਤੇ ਨੂੰ ਪਿਓ ਨੂੰ ਭਰੋਸੇ 'ਚ ਲੈਣ ਤੋਂ ਬਗੈਰ ਉਹਦਾ ਧੱਕੇ ਨਾਲ ਸੰਸਕਾਰ ਜਿਹੜਾ ਕਰਤਾ, ਜਿਹਦੀ ਬਦੌਲਤ ਅੱਜ ਲੋਕਾਂ ਦੇ ਵਿੱਚ ਆਕਰੋਸ਼ ਇਸੇ ਗੱਲ ਦਾ ਆ ਕਿ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਉਹ ਤਸੱਲੀ ਬਖਸ਼ ਨਹੀਂ ਕਾਰਵਾਈ ਕੀਤੀ, ਉਹਦੇ ਮਾਂ ਪਿਓ ਭਰਾ ਨੂੰ ਭਰੋਸੇ ਵਿੱਚ ਸੰਸਕਾਰ ਕਰਨ ਵੇਲੇ ਨਹੀਂ ਲਿਆ ਗਿਆ। ਤੋ ਇਸ ਕਰਕੇ ਇਹਨਾਂ ਸਾਰਿਆਂ ਦੀ ਇਹ ਲੋਕਾਂ ਦੀ ਮੰਗ ਹੈ ਕਿ ਉਹ ਜਿਹੜੇ ਦੋਸ਼ੀ ਫੜੇ ਆ ਉਹਨਾਂ ਦੀ ਜਿਹੜੀ ਤਫਤੀਸ਼ ਆ, ਉਹਨਾਂ ਦੀ ਜਾਂਚ ਆ, ਉਹ ਪੁਲਿਸ ਨੇ ਸਹੀ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਜਿਹੜਾ ਡੀਐਮ ਸੀ ਉੱਥੇ ਦਾ ਉਹ ਉਹਦੇ ਪਰਿਵਾਰ ਨੂੰ ਰਾਤ ਨੂੰ ਧਮਕਾ ਰਿਹਾ, ਕਹਿ ਰਿਹਾ ਕਿ ਇੱਥੇ ਜਿਹੜਾ ਤੁਸੀਂ ਬਾਰ-ਬਾਰ ਬਿਆਨ ਬਦਲ ਕੇ ਪ੍ਰੈਸ ਨੂੰ ਦੇ ਰਹੇ ਹੋ, ਇੱਥੇ ਪ੍ਰੈਸ ਨੇ ਤਾਂ 2-4 ਦਿਨ ਬਾਅਦ ਚਲੇ ਜਾਣਾ, ਇੱਥੇ ਤਾਂ ਅਸੀਂ ਤੁਹਾਡੇ ਕੰਮ ਆਉਣਾ ਆ, ਤੁਸੀਂ ਇਹ ਕੰਮ ਕਰਨ ਨੂੰ ਹਟ ਜਾਓ। ਤੋ ਉਸ ਡੀਐਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਿਹੜੇ ਡੀਐਸਪੀ ਤੇ ਐਸਪੀ ਨੇ ਇਹਦੇ ਵਿੱਚ ਡਿਲੇ ਕੀਤੀ ਸੀ, ਉਹ ਪਹਿਲਾਂ ਜੋਗੀ ਸਰਕਾਰ ਨੂੰ ਨਹੀਂ ਪਤਾ ਲੱਗਾ, 15 ਦਿਨ ਬੀਤ ਚੁੱਕੇ ਆ, ਪਰ ਜਦੋਂ ਕੱਲ ਉੱਥੇ ਸੈੱਟ ਮੌਕੇ ਤੇ ਗਈ ਆ, ਉਹ ਸੈੱਟ ਨੇ ਇਨਵੈਸਟੀਗੇਸ਼ਨ ਕਰਕੇ ਲਿਖ ਦਿੱਤਾ ਕਿ ਇਹਦੇ ਡੀਐਸਪੀ ਤੇ ਐਸਪੀ ਜਿਹੜੇ ਆ ਉਹਨਾਂ ਦੀ ਨੈਗਲੀਜੈਂਸੀ ਪਾਈ ਜਾਂਦੀ ਆ। ਤੋ ਜਿਸ ਦੀ ਰਿਪੋਰਟ ਤੋਂ ਬਾਅਦ ਇਹਨਾਂ ਨੂੰ ਕੱਲ ਸਸਪੈਂਡ ਕੀਤਾ ਗਿਆ, ਲੇਕਿਨ ਅਜੇ ਤੱਕ ਡੀਐਮ ਜਿਹੜਾ ਆ ਪ੍ਰਵੀਨ ਕੁਮਾਰ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਜਿਹਨੇ ਸਭ ਤੋਂ ਵੱਧ ਉਸ ਪਰਿਵਾਰ ਨੂੰ ਥ੍ਰੈਟ ਕੀਤਾ। ਤੋ ਸਾਡੀ ਇਹ ਮੰਗ ਆ ਕਿ ਉਹ ਜਿਸ ਤਰ੍ਹਾਂ ਉਹਨਾਂ ਡੀਐਸਪੀ ਤੇ ਐਸਪੀ ਦੇ ਖਿਲਾਫ ਹੋਈ ਕਾਰਵਾਈ ਹੋਈ ਆ, ਇਸ ਤਰ੍ਹਾਂ ਉਹ ਡੀਐਮ ਜਿਸ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਉਹਦੇ ਖਿਲਾਫ ਕਾਰਵਾਈ ਹੋਵੇ, ਔਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਪ੍ਰੋਪਰ ਜਿਹੜੀ ਆ ਉਹ ਕੀਤੀ ਜਾਵੇ। ਜਿਹੜੀ 376 ਵਾਲੀ ਗੱਲ ਹੈ ਉਹ ਜਿਹੜਾ ਏਡੀਜੀਪੀ ਲਾਅ ਐਂਡ ਆਰਡਰ ਨੇ ਕਿਹਾ ਆ ਉਹ ਉਹਦਾ ਐਕਸਪਲੇਨੇਸ਼ਨ ਦੇਵੇ, ਉਹਦਾ ਜਵਾਬ ਦੇਵੇ, ਔਰ 376 ਜਿਹੜੀ ਆ ਉਹਨੂੰ ਸਟੈਂਡ ਕੀਤਾ ਜਾਵੇ ਔਰ ਉਹਦੀ ਜਿਹੜੀ ਐਵੀਡੈਂਸ ਹੈ ਉਹ ਕਲੈਕਟ ਕੀਤੀ। ਇੱਥੇ ਆਪਾਂ ਨੂੰ ਲੱਗਦਾ ਨਹੀਂ ਜਦੋਂ ਯੂਪੀ ਵਾਲੇ ਪ੍ਰਦੇਸ਼ ਦੇ ਵਿੱਚ ਇਦਾਂ ਦਾ ਕੰਮ ਹੋ ਰਿਹਾ ਰਾਤ ਨੂੰ, ਜਿਹੜਾ ਮਤਲਬ ਜੰਗਲ ਰਾਜ ਵਰਗਾ ਮਹਿਸੂਸ ਨਹੀਂ ਹੋ ਰਿਹਾ ਆਪਾਂ ਨੂੰ? ਦੇਖੋ ਯੂਪੀ ਸਰਕਾਰ ਦੇ ਯੂਪੀ ਰਾਜ ਦੇ ਵਿੱਚ ਜਿਹੜਾ ਜੋਗੀ ਰਾਜ ਆ ਉਹਦੇ ਰਾਜ ਦੇ ਵਿੱਚ ਇਸੇ ਇਕੱਲਾ ਇਹ ਇੱਕ ਨਿਰਭੈ ਕਾਂਡ, ਸੈਕੰਡ ਨਿਰਭੈ ਕਾਂਡ ਨਹੀਂ ਹੋਇਆ। ਅਸਲ ਇੱਕ ਨਿਰਭੈ ਕਾਂਡ 12 'ਚ ਹੋਇਆ ਸੀ, ਉਸ ਤੋਂ ਬਾਅਦ ਸੈਕੰਡ ਨਿਰਭੈ ਕਾਂਡ ਹੁਣ ਹੋਇਆ। ਲੇਕਿਨ ਬੁਲੰਦ ਸ਼ਹਿਰ ਦੇ ਵਿੱਚ 3 ਬੰਦਿਆਂ ਨੇ ਇੱਕ ਲੇਡੀ ਨਾਲ, ਇੱਕ ਲੜਕੀ ਨਾਲ ਰੇਪ ਕੀਤਾ, ਗੈਂਗ ਰੇਪ ਕੀਤਾ, ਔਰ ਉਹ 4 ਮਹੀਨੇ ਦੀ ਪ੍ਰੈਗਨੈਂਟ ਹੈ। ਉਸ ਤੋਂ ਇਲਾਵਾ ਇੱਕ ਹੋਰ ਯੂਪੀ ਦੇ ਵਿੱਚ ਲੜਕੀ ਨਾਲ ਗੈਂਗ ਰੇਪ ਕੀਤਾ, ਉੱਥੇ ਕਾਰਵਾਈ ਨਹੀਂ ਹੋਈ। 3 ਦਿਨ ਪੁਲਿਸ ਥਾਣੇ ਜਾਂਦੀ ਰਹੀ, ਪੁਲਿਸ ਨੇ ਸੁਣਵਾਈ ਨਹੀਂ ਕੀਤੀ। 3 ਦਿਨ ਬਾਅਦ ਉਹ ਕੁੜੀ ਨੇ ਸੁਸਾਈਡ ਕਰ ਲਿਆ। ਤੋ ਉੱਥੇ ਤਾਂ ਜੰਗਲ ਰਾਜ ਬਣਿਆ ਪਿਆ, ਉੱਥੇ ਰੇਪ ਦੀਆਂ ਘਟਨਾਵਾਂ ਲਗਾਤਾਰ ਆ। ਉਹ ਬੰਦੇ ਉੱਥੇ ਜਿਹੜੇ ਆ ਗਰੀਬ ਲੋਕਾਂ ਦੇ, ਜਿਹੜੇ ਗਰੀਬ ਤਬਕੇ ਦੇ ਲੋਕ ਆ, ਉਹਨਾਂ ਦੀਆਂ ਲੜਕੀਆਂ ਬਹੂ ਬੇਟੀਆਂ ਦੀ ਜਿਹੜੀ ਆ ਇੱਜ਼ਤ ਲੁੱਟਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਦੇ। ਉਹ ਧੱਕੇ ਨਾਲ ਉਹਨਾਂ ਦੇ ਘਰਾਂ ਚਲੇ ਜਾਂਦੇ ਆ, ਧੱਕੇ ਨਾਲ ਬਾਹਰ ਖੇਤਾਂ 'ਚ ਪੱਠੇ ਲੈਣ ਲੱਗਿਆਂ ਨੂੰ ਧੱਕੇ ਨਾਲ ਉਹ ਖਿੱਚ ਕੇ ਜਾ ਕੇ ਉਹਨਾਂ ਨਾਲ ਰੇਪ ਕਰਦੇ ਆ, ਉਹਨਾਂ ਨਾਲ ਇੱਦਾਂ ਦੀਆਂ ਬਦਫੈਲੀਆਂ ਕਰਦੇ। ਇਹ ਜਿਹੜਾ ਨਾਟੋ ਟੈਸਟ ਕਹਿ ਰਹੇ ਹੋ ਕਰਨਾ, ਉਹਦੇ ਨਾਲ ਕੀ ਸਾਬਤ ਹੋਏਗਾ? ਉਹਦੇ ਨਾਲ ਕੋਈ ਇਹ ਨਹੀਂ ਹੈ। ਜਿਹੜਾ ਜੋਗੀ ਰਾਜ ਹੈ ਇਹ ਜਿੰਨੀਆਂ ਗੱਲਾਂ ਕਰ ਰਿਹਾ ਹੈ ਕਿ ਜਾਂ ਇੱਥੇ ਬੰਦੇ ਬਣ ਕੇ ਰਹੋ ਨਹੀਂ ਤਾਂ ਯੂਪੀ ਛੱਡ ਜਾਓ, ਉਹਨਾਂ ਵਾਸਤੇ 2 ਹੀ ਜਗ੍ਹਾ ਆ, ਜਾਂ ਤਾਂ ਉਹ ਬੰਦੇ ਬਣ ਜਾਓ ਨਹੀਂ ਤਾਂ ਫਿਰ ਉੱਪਰ। ਉਹ ਜਿਹੜਾ ਆ ਉਹਦਾ ਸਾਰਾ ਝੂਠ ਪਲੰਦਾ, ਜਿੱਦਾਂ ਸਰਕਾਰ ਮੋਦੀ ਬੋਲਦਾ ਇੱਦਾਂ ਜੋਗੀ ਬੋਲੀ ਜਾਂਦਾ। ਕ੍ਰਾਈਮ ਦੀ ਰੇਸ਼ੋ ਦੇਖ ਲਓ, ਜਦੋਂ ਦੇ ਬਿਆਨ ਦਿੱਤੇ ਉਸ ਤੋਂ ਬਾਅਦ ਕ੍ਰਾਈਮ ਦੀ ਰੇਸ਼ੋ ਕਿਤੇ ਵੱਧ ਗਈ ਆ ਬਹੁਤ ਜ਼ਿਆਦਾ। ਇਹਦਾ ਮਤਲਬ ਯੂਪੀ ਦੇ ਵਿੱਚ ਜਿਹੜੇ ਆਮ ਗਰੀਬ ਪਬਲਿਕ ਉਹ ਸੁਰੱਖਿਅਤ ਨਹੀਂ ਆ, ਉਹਦੇ ਨਤੀਜੇ ਜਿਹੜੇ ਗਰੀਬ ਲੋਕ ਆ। ਦੇਖੋ ਹਾਈ ਕੋਰਟ ਨੇ ਜਿਹੜਾ ਫੈਸਲਾ, ਜਿਹੜੀ 100 ਮੋਟੋ ਨੋਟਿਸ ਲਿਆ ਹਾਈ ਕੋਰਟ ਨੇ ਉਹਦੇ ਵਿੱਚ ਇਹ ਗੱਲ ਲਿਖਿਆ ਆਪਣੇ ਫੈਸਲੇ ਦੇ ਵਿੱਚ ਵੀ ਮੈਨੂੰ ਪਤਾ ਲੱਗਾ ਕਿ ਉੱਥੇ ਦਲਿਤ ਬਰਾਦਰੀ ਦੇ ਲੋਕਾਂ ਨੂੰ ਦਬਾ ਕੇ
ਉਹਨਾਂ ਤੇ ਜ਼ੁਲਮ ਕੀਤੇ ਜਾ ਰਹੇ ਆ। ਮੈਂ ਕਿਸੇ ਕੀਮਤ ਤੇ ਉਹਨਾਂ ਨੂੰ ਦਬਾਅ ਨਹੀਂ ਦੇਣਾ, ਮੈਂ ਉਹਨਾਂ ਦੇ ਉੱਤੇ ਅਤਿਆਚਾਰ ਨਹੀਂ ਹੋਣ ਦੇਣਾ। ਹਾਈ ਕੋਰਟ ਨੇ ਆਪਣੇ ਫੈਸਲੇ 'ਚ ਲਿਖਿਆ ਹੈ ਜਿਹੜਾ ਇਹ ਲਿਖਿਆ। ਉਹਨਾਂ ਨੇ ਆਪ ਖੁਦ ਸਜਾਨ ਲਿਆ ਇਹਦਾ ਨੋਟਿਸ ਕੀਤਾ। ਬਿਲਕੁਲ 100 ਮੋਟੋ ਨੇ ਲਿਖਿਆ, ਜਨਹਿਤ ਪਟੀਸ਼ਨ ਪਾਈ ਹੈ ਜਿਹਦੇ ਵਿੱਚ 100 ਮੋਟੋ ਲੈ ਕੇ ਉਹਨੇ ਆਰਡਰ ਪਾਸ ਕੀਤਾ। ਅੱਜ ਅਸੀਂ ਗੱਲ ਕੀਤੀ ਹੈ ਇਹਨਾਂ ਨਾਲ, ਇਹ ਜਿਹੜੀ ਜਾਣਕਾਰੀ ਬਾਕੀ ਸਮਾਜ ਤੱਕ ਵੀ ਪਹੁੰਚੇ ਔਰ ਵਾਕਿਆ ਹੀ ਯੂਪੀ ਵਰਗੇ ਪ੍ਰਦੇਸ਼ ਦੇ ਵਿੱਚ ਜਿਹੜੇ ਗਰੀਬ ਜਨਤਾ ਉਹ ਸੁਰੱਖਿਅਤ ਨਹੀਂ ਹੈ। ਉੱਥੇ ਆਮ ਘਟਨਾ, ਇਹ ਆਮ ਘਟਨਾ ਆ, ਇਹਦਾ ਕੋਈ ਏਡਾ ਮੁੱਲ ਨਹੀਂ ਹੈ। दिलाने के लिए जैसे ਮੇਰੇ ਸਮਾਜ ਦੇ ਲੋਕੋ, ਜਿਹੜਾ ਕਿ ਸਾਡੇ ਦਲਿਤ ਸਮਾਜ ਦੇ ਨਾਲ ਭਾਈਚਾਰੇ ਦੇ ਨਾਲ ਸਾਡੇ ਨਾਲ ਧੱਕਾ ਹੋ ਰਿਹਾ 70 ਸਾਲ ਤੋਂ ਹੋ ਰਿਹਾ, ਪਰ ਅਸੀਂ ਅਨ ਦੇਖਿਆ ਕਰਦੇ ਸੀ, ਜੁੱਤੀਆਂ ਖਾਂਦੇ ਸੀ, ਜੁੱਤੀਆਂ ਮਾਰਦੇ ਸੀ, ਪਰ ਅੱਜ ਮੌਕਾ ਆਇਆ ਹੁਣ ਜੁੱਤੀਆਂ ਮਾਰਨੇ ਦਾ। ਮੇਰੇ ਸਮਾਜ ਦੇ ਲੋਕੋ, ਜਿਹੜੀ ਇਸ ਵੇਲੇ ਉਹਨਾਂ ਨੇ ਘੋਰ ਪਾਪ ਕਰਨੇ ਸ਼ੁਰੂ ਕਰ ਦਿੱਤੇ, ਜ਼ੁਲਮ ਕਮਾਉਣੇ ਸ਼ੁਰੂ ਕਰ ਦਿੱਤੇ ਸਾਡੇ ਸਮਾਜ ਦੀਆਂ ਬੇਟੀਆਂ ਦੇ, ਉਹ ਬਹੁਤ ਹੀ ਨਾ ਬਰਦਾਸ਼ਤ ਕਰਨ ਯੋਗ ਹੈ। ਸੋ ਜੋ ਸਾਡੀ ਬੇਟੀ ਮੇਰੀ ਭੈਣ ਮਨੀਸ਼ਾ ਦੇ ਨਾਲ ਹੋਇਆ, ਮੈਂ ਆਪਣੀ 4 ਮਹੀਨੇ ਦੀ ਧੀ ਨੂੰ ਨਾਲ ਲੈ ਕੇ ਆਈ ਹਾਂ, ਕਿਉਂਕਿ ਮੈਂ ਵੀ ਇੱਕ ਮਾਂ ਆ, ਇੱਕ ਛੋਟੀ ਜਿਹੀ ਧੀ ਦੀ ਮਾਂ ਆ। ਕਿਉਂਕਿ ਜਿਹੜਾ ਵੀ ਇਸ ਪੰਡਾਲ ਦੇ ਵਿੱਚ ਮੌਜੂਦ ਵਾ, ਇਹ ਆ ਕਿ ਸਾਡੀ ਧੀ ਦੇ ਨਾਲ, ਉਹ ਸਾਡੀ ਧੀ ਸੀ ਮਨੀਸ਼ਾ, ਜਿਹੜਾ ਬਾਅਦ ਵਿੱਚ ਵੀ ਇੱਕ ਕਰਮ ਕੀਤਾ, ਉਹ ਵੀ ਸਾਡੀ ਭੈਣ ਸੀ। ਇਹਨਾਂ ਮਨੂਵਾਦੀ ਸਰਕਾਰਾਂ ਦੇ ਜੇ ਹੁਣ ਨਾ ਨੱਥ ਪਾਈ ਤੇ ਉਹ ਵੀ ਦਿਨ ਦੂਰ ਨਹੀਂ ਜਦੋਂ ਉਹਨਾਂ ਨੇ ਸਾਡੇ ਘਰਾਂ ਜਾ ਕੇ ਸਾਡੀਆਂ ਧੀਆਂ ਦੇ ਨਾਲ ਜ਼ੁਲਮ ਕਮਾਉਣੇ ਆ। ਇਹ ਕਹਿੰਦੇ ਆ ਕਿ ਫਾਂਸੀ ਦੇਣੀ ਆ, ਫਾਂਸੀ ਬਹੁਤ ਛੋਟੀ ਸਜ਼ਾ ਆ। ਜਿੱਦਾਂ ਮਨੀਸ਼ ਭੈਣਾਂ ਦੀ ਉਹਨਾਂ ਨੇ ਜੀਭ ਕੱਟੀ ਆ, ਏਦਾਂ ਹੀ ਚਾਰਾਂ ਅਪਰਾਧੀਆਂ ਦੀ ਜੀਭ ਕੱਟੀ ਜਾਵੇ। ਜਿੱਦਾਂ ਉਹਨਾਂ ਨੇ ਉਹਨਾਂ ਦੀ ਰੀੜ੍ਹ ਦੀ ਹੱਡੀ ਤੋੜੀ ਆ, ਏਦਾਂ ਹੀ ਉਹਨਾਂ ਦੀ ਰੀੜ੍ਹ ਦੀ ਹੱਡੀ ਤੋੜੀ ਜਾਵੇ। ਔਰ ਏਦਾਂ ਹੀ ਜਿੱਦਾਂ ਉਹਨਾਂ ਨੇ ਬਾਹਾਂ ਤੋੜੀਆਂ, ਉਹ ਮੋਢਿਆਂ ਤੋਂ ਬਾਹਾਂ ਵੱਢ ਦਿਓ ਮੇਰੇ ਸਮਾਜ ਦੇ ਲੋਕਾਂ, ਲੱਤਾਂ ਵੱਢ ਦਿਓ, ਪਰ ਲੱਤਾਂ ਵੱਢ ਕੇ, ਬਾਹਾਂ ਵੱਢ ਕੇ ਸੂਲਾਂ ਦੇ ਉੱਤੇ ਉਹਨਾਂ ਨੂੰ ਲਟਾਇਆ ਜਾਵੇ। ਔਰ ਉਹਨਾਂ ਦੇ ਜੋ ਜਗ੍ਹਾ ਤੋਂ ਬਲਾਤਕਾਰ ਕਰਦੇ ਆ, ਉਹ ਜਗ੍ਹਾ ਉਹਨਾਂ ਦੀ ਵੱਢ ਦਿੱਤੀ ਜਾਵੇ, ਤਾਂ ਉਹਨਾਂ ਨੂੰ ਪਤਾ ਲੱਗੇ। ਜਾਵੇ ਵੱਡੇ ਵੱਡੇ ਲੀਡਰਾਂ ਦੀਆਂ ਕੁੜੀਆਂ ਨਾਲ ਖੇ ਖਾਓ ਕੁੱਤਿਓ, ਏਦਾਂ ਦੇ ਗੰਦੇ ਲੋਕੋ, ਵੱਡੇ ਵੱਡੇ ਲੀਡਰਾਂ ਦੀਆਂ ਕੁੜੀਆਂ ਨਾਲ ਬਲਾਤਕਾਰ ਕਰੋ ਯੂਪੀ ਦੇ ਵਿੱਚ, ਫਿਰ ਤੁਹਾਨੂੰ ਪਤਾ ਲੱਗੇ ਕਿ ਕਿਸੇ ਦੀ ਧੀ, ਗਰੀਬ ਦੀ ਧੀ ਨਾਲ ਬਲਾਤਕਾਰ ਕਰਨ ਦਾ ਕੀ ਨਤੀਜਾ ਆ। ਔਰ ਮੇਰੇ ਸਮਾਜ ਦੇ ਲੋਕੋ, ਉਸ ਵੇਲੇ ਆਪਾਂ ਉਸ ਬੰਦੇ ਦੇ ਨਾਲ ਖੜੇ ਹੋਵਾਂਗੇ ਜਿਹੜਾ ਕਿਸੇ ਲੀਡਰ ਦੀ ਧੀ ਨਾਲ ਬਲਾਤਕਾਰ ਕਰੂਗਾ। ਔਰ ਏਦਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿ ਤੜਫ ਤੜਫ ਕੇ ਮਨ, ਜਿੱਦਾਂ ਮੇਰੀ ਭੈਣ ਨੇ ਦਿਨਾਂ ਤੋਂ ਤੜਫ ਤੜਫ ਕੇ ਮਰੀ ਆ। ਔਰ ਮੇਰੇ ਸਮਾਜ ਦੇ ਲੋਕੋ, ਸਾਰਿਆਂ ਨੇ ਮਨੀਸ਼ਾ ਭੈਣ ਨੂੰ ਇਨਸਾਫ ਦਿਵਾਉਣਾ ਆ। ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ, ਮਰਦੇ ਦਮ ਤੱਕ ਰੋੜਾਂ ਤੇ ਰਵਾਂਗੇ, ਮਰਦੇ ਦਮ ਤੱਕ ਅਸੀਂ ਧਰਨਿਆਂ 'ਚ ਪ੍ਰੋਟੈਸਟ ਕਰਾਂਗੇ, ਕਰਦੇ ਆਏ ਆ, ਕਰਦੇ ਰਵਾਂਗੇ। ਜੈ ਭੀਮ, ਜੈ ਭੀਮ, ਜੈ ਭਾਰਤ, ਜੈ ਭੀਮ, मनीषा हम शर्मिंदा हैं, तेरे खाते जिंदा है, मनीषा हम शर्मिंदा विजय भाई पहले जान लो पूरी तरह और लेने तो जाना लाइक करना वो तीला नहीं करती मर गया गया